ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਇੱਕ ਵਾਰ ਫਿਰ ਹਾਜ਼ਰ ਹੋਇਆ ਖਬਰ ਪੜਤਾਲ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ। ਅੱਜ ਦੀਆਂ ਬੜੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਬੀਤੀ ਰਾਤ ਜੋ ਮੀਟਿੰਗਾਂ ਦਾ ਦੌਰ ਕਿਸਾਨਾਂ ਦੇ ਵਿਚਕਾਰ ਚੱਲਿਆ ਹੈ ਉਹ ਬੜਾ ਅਹਿਮ ਰਿਹਾ ਹੈ, ਕਿਉਂਕਿ ਲਗਾਤਾਰ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਇੰਨੀ ਲੰਬੀ ਮੀਟਿੰਗ ਦਾ ਦੌਰ ਅੱਜ ਤੱਕ ਨਹੀਂ ਸੀ ਹੋਇਆ। ਲਗਾਤਾਰ 7 ਘੰਟੇ ਦੇ ਕਰੀਬ ਕਿਸਾਨਾਂ ਨੇ ਇਸ ਚੀਜ਼ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਕੇਂਦਰ ਦਾ ਪ੍ਰਸਤਾਵ ਮੰਨਿਆ ਜਾਵੇ ਜਾਂ ਫਿਰ ਨਾ ਮੰਨਿਆ ਜਾਵੇ। ਕੀ ਕੁਝ ਖਾਸ ਇਸ ਮੀਟਿੰਗ ਦੇ ਵਿੱਚ ਰਿਹਾ ਉਹ ਵੀ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਤੇ ਨਾਲ ਹੀ ਅੱਜ ਦਾ ਦਿਨ ਵੀ ਬੜਾ ਅਹਿਮ ਹੈ, ਕਿਉਂਕਿ ਅੱਜ ਕੇਂਦਰ ਦੇ ਨਾਲ ਇੱਕ ਹੋਰ ਬੈਠਕ ਹੋਣ ਜਾ ਰਹੀ ਹੈ ਕਿਸਾਨਾਂ ਦੀ। 12 ਵਜੇ ਵਿਗਿਆਨ ਭਵਨ ਦੇ ਵਿੱਚ ਜਿਹੜੀ ਇਹ ਮੀਟਿੰਗ ਸ਼ੁਰੂ ਹੋ ਜਾਣੀ ਹੈ ਤੇ ਉਸ ਦੇ ਨਾਲ ਹੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਲੈ ਕੇ ਬਹੁਤ ਵੱਡੀ ਖਬਰ ਕਿ ਦਿੱਲੀ ਪੁਲਿਸ ਨੇ ਮਨਾ ਕਰ ਦਿੱਤਾ ਹੈ ਇਜਾਜ਼ਤ ਦੇਣ ਤੋਂ। ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਕੀ ਐਲਾਨ ਨੇ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਤੇ ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਕਿਹੜੀਆਂ ਮੰਗਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੀਟਿੰਗ 'ਚ ਜਾਣਗੇ ਉਹ ਵੀ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਪਹਿਲਾਂ ਡੱਲਾ ਸਾਹਿਬ ਹੁਣਾਂ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਾਂਗੇ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਸਾਰੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਜੋ ਕੱਲ ਮੀਟਿੰਗਾਂ ਦਾ ਦੌਰ ਬੜਾ ਲੰਬਾ ਸਮਾਂ ਚੱਲਿਆ, ਪਹਿਲਾਂ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਮੀਟਿੰਗ ਹੁੰਦੀ ਹੈ, ਫਿਰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬੈਠਕ ਹੁੰਦੀ ਹੈ ਔਰ ਬੈਠਕ 7 ਘੰਟੇ ਦੇ ਕਰੀਬ ਚੱਲਦੀ ਹੈ। ਇਸ ਦੌਰ ਨੂੰ ਕਿੱਦਾਂ ਵੇਖ ਰਹੇ ਜੋ ਕੱਲ ਸਾਰਾ ਦਿਨ ਚੱਲਿਆ? ਦੇਖੋ, ਕਿਸਾਨਾਂ ਦੇ ਉੱਤੇ ਕੱਲ ਕਾਫੀ ਵੱਡਾ ਦਬਾਅ ਸੀ ਕਿ ਅਸੀਂ ਫੈਸਲਾ ਕੀ ਲਈਏ, ਔਰ ਵੱਖ-ਵੱਖ ਐਕਸਪਰਟ, ਵੱਖ-ਵੱਖ ਮਾਹਰ, ਵੱਖ-ਵੱਖ ਲੋਕ ਗਗਨ ਆਪਣੇ ਆਪਣੇ ਹਿਸਾਬ ਦੇ ਨਾਲ ਇਹ ਸਲਾਹਾਂ ਦੇ ਰਹੇ ਸੀ ਕਿ ਕਿਸਾਨਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਇਹ ਵਿੱਚ ਦਾ ਰਸਤਾ ਹੋ ਸਕਦਾ ਹੈ, ਕਿਸਾਨਾਂ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਅਗਰ 2 ਸਾਲ ਦਾ ਵਕਤ ਜਾਂ 2.5 ਸਾਲ ਦਾ ਵਕਤ ਕਿਸਾਨ ਪਵਾ ਲੈਂਦੇ ਨੇ, ਕਾਨੂੰਨ ਲਾਗੂ ਨਹੀਂ ਹੁੰਦੇ, ਸਾਲ ਸਵਾ ਸਾਲ ਪਹਿਲਾਂ ਹੀ ਲੱਗ ਚੁੱਕੇ ਨੇ। ਸੋ ਅੱਜ ਤੋਂ 2 ਸਾਲ 2.5 ਸਾਲ ਬਾਅਦ ਲੋਕ ਸਭਾ ਦੀਆਂ ਚੋਣਾਂ ਨੂੰ, ਜਿਹੜੀਆਂ ਕਿ ਸਾਨੂੰ ਪਤਾ ਹੈ 24 ਚ ਹੋਣੀਆਂ, 2024 ਚ, ਉਹਨੂੰ ਬਹੁਤ ਘੱਟ ਸਮਾਂ ਰਹਿ ਜਾਣਾ ਹੈ। ਸੋ ਇਸ ਕਰਕੇ ਬੀਜੇਪੀ ਉਸ ਵਕਤ ਇਹਨਾਂ ਸਥਿਤੀਆਂ 'ਚ ਨਹੀਂ ਹੋਊਗੀ ਕਿ ਉਹ ਕਿਸਾਨਾਂ ਨੂੰ ਨਾਰਾਜ਼ ਕਰਕੇ ਫਿਰ ਇਹ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰੇ। ਸੋ ਉਦੋਂ ਤੱਕ ਕਿਸਾਨ ਆਪਣੀਆਂ ਮੰਗਾਂ ਮਨਵਾ ਸਕਦੇ ਸੀ। ਕੁਝ ਲੋਕਾਂ ਦੀ ਇਹ ਰਾਏ ਸੀ ਕਿਸਾਨਾਂ ਨੂੰ ਇਸ ਕਰਕੇ ਪ੍ਰਸਤਾਵ ਮੰਨ ਲੈਣਾ ਚਾਹੀਦਾ। ਕੁਝ ਲੋਕਾਂ ਨੂੰ ਲੱਗਦਾ ਸੀ ਕਿ ਅਗਰ ਇਹ ਪ੍ਰਸਤਾਵ ਮੰਨ ਲਿਆ ਤੇ ਬਾਅਦ ਦੇ ਵਿੱਚ ਬੀਜੇਪੀ ਦੇ ਨਾਲ ਸਹਿਮਤੀ ਨਾ ਬਣੀ, ਕਾਨੂੰਨਾਂ ਦਾ ਕੋਈ ਨਵਾਂ ਫਾਰਮੂਲਾ ਨਾ ਤੈਅ ਹੋ ਸਕਿਆ, ਉਸ ਸੂਰਤ 'ਚ ਕੀ ਕਰਾਂਗੇ? ਕਿਉਂਕਿ ਹੁਣ ਜਿਸ ਪੱਧਰ ਤੇ ਅੰਦੋਲਨ ਪਹੁੰਚ ਗਿਆ, ਜ਼ਰੂਰੀ ਨਹੀਂ ਹੈ ਕਿ ਹਰ ਵਾਰ ਅੰਦੋਲਨ ਇੰਨਾ ਤਕੜਾ ਹੋਵੇ, ਓਡੀ ਸ਼ਮੂਲੀਅਤ ਉਹਦੇ ਵਿੱਚ ਹੋਵੇ, ਦੁਨੀਆ ਭਰ ਤੋਂ ਐਡਾ ਵੱਡਾ ਹੁੰਗਾਰਾ ਮਿਲੇ। ਇਹ तमाम ਫੈਕਟਰ ਸੀ ਜਿਹੜੇ ਨਜ਼ਰ 'ਚ ਸੀ ਔਰ ਵੱਖ-ਵੱਖ ਤਰ੍ਹਾਂ ਦੇ ਸੁਝਾਅ ਤੇ ਸਲਾਹ ਨੇ ਜਿਹੜੇ ਉਹ ਕਮੇਟੀ ਮੈਂਬਰਾਂ ਨੂੰ ਆ ਰਹੇ ਸੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਆ ਰਹੇ ਸੀ, ਆਮ ਲੋਕਾਂ ਦੇ। ਹੁਣ ਇਸੇ ਕਰਕੇ 7-8 ਘੰਟੇ ਜਿਹੜੀ ਬੈਠਕ ਹੈ ਗਗਨ, ਕੱਲ ਰਾਤ ਹੀ ਖਤਮ ਹੋਈ ਹੈ। 7-8 ਘੰਟੇ ਪਹਿਲਾਂ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ, ਉਹਦੇ ਵਿੱਚ ਵੀ ਬਹੁਮਤ ਇਹੀ ਸੀ ਕਿ ਇਹਨਾਂ ਕਾਨੂੰਨਾਂ ਨੂੰ, ਜਿਹੜਾ ਸਰਕਾਰ ਦਾ ਪ੍ਰਸਤਾਵ ਹੈ ਉਹਨੂੰ ਰੱਦ ਕੀਤਾ ਜਾਵੇ, ਸਮਝੌਤੇ ਵਾਲੇ ਪ੍ਰਸਤਾਵ ਦਾ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵੀ ਕਾਫੀ ਲੰਬੀ ਚੱਲੀ ਔਰ ਸੰਯੁਕਤ ਕਿਸਾਨ ਮੋਰਚਾ ਨੇ ਆਖਰਕਾਰ ਬਾਅਦ ਦੇ ਵਿੱਚ ਐਲਾਨ ਵੀ ਕੀਤਾ ਕਿ ਅਸੀਂ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦੇ ਹਾਂ ਔਰ ਸਾਡੀਆਂ ਮੰਗਾਂ ਉਹੀ ਰਹਿਣਗੀਆਂ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਔਰ ਐਮਐਸਪੀ ਤੇ ਕਾਨੂੰਨ ਬਣਾਇਆ ਜਾਵੇ ਜੀ। ਹੁਣ ਦੇਖੋ, ਇਹ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ, ਇਹ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ। ਗਗਨ, ਇਹ ਵੀ ਪਤਾ ਲੱਗਿਆ ਕਿ ਕਿਸਾਨ ਜਥੇਬੰਦੀਆਂ ਨੇ ਕਾਫੀ ਵੱਡੀ ਗਿਣਤੀ 'ਚ ਲੋਕਾਂ ਤੋਂ ਸਲਾਹ ਮਸ਼ਵਰਾ ਕੀਤਾ। ਜਿਹੜੇ ਲੋਕ ਟਰਾਲੀਆਂ 'ਚ ਬੈਠੇ ਸੀ, ਧਰਨੇ 'ਚ ਬੈਠੇ ਸੀ, ਉਹਨਾਂ ਤੋਂ ਜ਼ੁਬਾਨੀ ਔਰ ਤਕਨੀਕੀ ਸਰਵੇਖਣ ਕਰਾਏ ਗਏ, ਉਹਨਾਂ ਦੀ ਓਪੀਨੀਅਨ ਕਲੈਕਸ਼ਨ ਕੀਤੀ ਗਈ। ਮੰਚ ਸੀ ਜਿਹੜੇ ਮੁੱਖ ਮੰਚ ਤੋਂ ਲੋਕਾਂ ਦੀ ਰਾਏ ਪੁੱਛੀ ਗਈ, ਸਿੰਘੂ ਬਾਰਡਰ ਤੇ ਪੁੱਛੀ ਗਈ, ਟਿਕਰੀ ਬਾਰਡਰ ਤੇ ਪੁੱਛੀ ਗਈ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਿਸਾਨਾਂ ਦੇ ਜਿਹੜੇ ਓਪੀਨੀਅਨ ਨੇ, ਰਾਏ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ, ਉਹ ਟੈਲੀਫੋਨਾਂ ਦੇ ਜ਼ਰੀਏ ਲਈ ਗਈ। ਸੋ ਕਿਸਾਨਾਂ ਨੇ ਆਪਣੇ ਵੱਲੋਂ ਇੱਕ ਵਿਆਪਕ ਚਰਚਾ ਕਰਕੇ, ਸਲਾਹ ਮਸ਼ਵਰਾ ਕਰਕੇ ਇਹ ਫੈਸਲਾ ਕੀਤਾ ਜੀ। ਦੇਖੋ, ਮੈਂ ਵੀ ਇਸ ਗੱਲ ਦਾ ਹਾਮੀ ਸੀ ਕਿ ਅਗਰ ਕਿਸਾਨ ਔਰ ਸਰਕਾਰ ਦੇ ਵਿੱਚ ਕੋਈ ਸਹਿਮਤੀ ਬਣ ਜਾਂਦੀ, ਕਿਸਾਨ ਚਲੋ 2 ਸਾਲ ਨਹੀਂ 3 ਸਾਲ ਦਾ ਵਕਤ ਮੰਗ ਲੈਂਦੇ ਤੇ ਫਿਰ ਜ਼ਰੂਰ ਹੱਲ ਨਿਕਲ ਸਕਦਾ ਸੀ। ਪਰ ਜੇ ਕਿਸਾਨਾਂ ਨੇ ਫੈਸਲਾ ਕੀਤਾ ਕਿ ਅਸੀਂ ਹੁਣੇ ਕਾਨੂੰਨ ਰੱਦ ਹੀ ਕਰਨੇ ਚਾਹੁੰਦੇ ਹਾਂ, ਮੇਰਾ ਖਿਆਲ ਹੈ, ਦੇਖੋ, ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਉਹ ਕਾਫੀ ਜਾਗ੍ਰਿਤੀ ਪੈਦਾ ਹੋਈ ਹੈ। ਅਗਰ ਕੇਂਦਰ ਦੀ ਸਰਕਾਰ ਇਸ ਗੱਲ ਲਈ ਸਹਿਮਤ ਹੋ ਗਈ ਕਿ ਅਸੀਂ ਐਫੀਡੇਵਿਟ ਦੇਣ ਲਈ ਤਿਆਰ ਹਾਂ ਕੋਰਟ 'ਚ ਗਗਨ, ਅਸੀਂ 1.5 ਸਾਲ 2 ਸਾਲ ਲਈ ਕਾਨੂੰਨ ਮੁਲਤਵੀ ਕਰਨ ਲਈ ਤਿਆਰ ਹਾਂ, ਤੇ ਫਿਰ ਮੈਨੂੰ ਲੱਗਦਾ ਅੱਜ ਦੀ ਮੀਟਿੰਗ 'ਚ ਕੇਂਦਰ ਦੀ ਸਰਕਾਰ ਨੂੰ ਹੋਰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਕਿ ਚਲੋ, ਜੇ ਤੁਸੀਂ ਸਾਡੀ ਇਹ ਵੀ ਗੱਲ ਨਾਲ ਸਹਿਮਤ ਨਹੀਂ ਹੋ ਕਿ 2 ਸਾਲ ਲਈ ਜਾਂ ਅਸੀਂ 1.5 ਸਾਲ ਲਈ ਮੁਲਤਵੀ ਕਰਨ ਤੇ ਸਮਝੌਤਾ ਕਰਦੇ ਹਾਂ,
ਤੇ ਅਸੀਂ ਕਾਨੂੰਨਾਂ ਨੂੰ ਰੱਦ ਕਰਦੇ ਹਾਂ। ਕੇਂਦਰ ਦੀ ਸਰਕਾਰ ਨੂੰ ਹੁਣ ਰੱਦ ਕਰ ਦੇਣੇ ਚਾਹੀਦੇ ਨੇ। ਉਹ ਕਿਉਂ? ਜਦੋਂ ਪਹਿਲਾਂ ਹੀ ਸਰਕਾਰ ਕਹਿ ਚੁੱਕੀ ਹੈ ਕਿ ਅਸੀਂ 2 ਸਾਲ ਪਾਉਨੇ ਆ, ਮੁਲਤਵੀ ਕਰਨ ਲਈ ਤਿਆਰ ਆ। ਮਤਲਬ ਜੇ ਸਰਕਾਰ 2 ਸਾਲ ਲਈ ਮੁਲਤਵੀ, 1.5 ਸਾਲ ਲਈ ਮੁਲਤਵੀ ਕਰਨ ਲਈ ਤਿਆਰ ਹੈ, ਤੇ ਫਿਰ ਜੇ ਸਰਕਾਰ ਕਾਨੂੰਨ ਰੱਦ ਕਰ ਦੇ ਤੇ 1 ਸਾਲ 'ਚ ਨਵੇਂ ਸਿਰੇ ਤੋਂ ਕਾਨੂੰਨ ਬਣਾ ਸਕਦੀ ਹੈ ਸਰਕਾਰ ਜੀ। ਸੋ ਹੁਣ ਸਰਕਾਰ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ, ਕਿਉਂਕਿ ਕਿਸਾਨਾਂ ਤੇ ਦਬਾਅ ਹੈ। ਦੇਖੋ ਗਗਨ, ਕਿਸਾਨ ਮੰਨ ਵੀ ਲੈਂਦੇ ਇਹ ਗੱਲ, ਮੈਂ ਕਹਿੰਦਾ ਕਿਸਾਨ ਇਹ ਪ੍ਰਸਤਾਵ ਮੰਨ ਵੀ ਲੈਂਦੇ। ਪਤਾ ਕਿਉਂ ਨਹੀਂ ਮੰਨਿਆ ਜੀ? 70 ਸਾਲ ਹੋ ਗਏ ਕਿਸਾਨ ਲਾਰਿਆਂ 'ਚ ਹੀ ਰਹੇ ਜੀ, ਹੈ ਜੀ। 70 ਸਾਲ ਹੋ ਗਏ ਕਿਸਾਨ ਲਾਰਿਆਂ 'ਚ ਹੀ ਰਹੇ ਹੈ, ਔਰ ਸਥਿਤੀਆਂ ਇਹ ਆ ਗਈਆਂ ਮੁਲਕ 'ਚ ਕਿ ਸਰਕਾਰਾਂ ਨੇ ਕਿਸਾਨਾਂ ਦੀ ਸਥਿਤੀ ਨੂੰ ਮਜ਼ਬੂਤ ਨਹੀਂ ਕੀਤਾ। ਪ੍ਰਾਈਵੇਟ ਸੈਕਟਰ ਦੇ ਉਦਯੋਗਪਤੀ ਮਜ਼ਬੂਤ ਹੋ ਗਏ, MP MLA ਮਜ਼ਬੂਤ ਹੋ ਗਏ, ਸਰਕਾਰਾਂ ਮਜ਼ਬੂਤ ਹੋ ਗਈਆਂ, ਐਡੀਆਂ ਤਰੱਕੀਆਂ ਕਰ ਗਈਆਂ, ਸਿਸਟਮ ਐਡਾ ਕਾਮਯਾਬ ਹੋ ਗਿਆ। ਗਰੀਬ ਰਹਿ ਗਿਆ ਕਿਸਾਨ ਜੀ, ਗਰੀਬ ਕਿਸਾਨ ਰਹਿ ਗਿਆ, ਔਰ ਕਿਸਾਨ ਨੂੰ ਆਪਣਾ ਉਤਪਾਦਨ ਹੈ ਜਿਹੜਾ ਉਹ ਮਿੰਨਤਾਂ ਕਰਕੇ ਕਈ ਵਾਰੀ ਦੇਣਾ ਪੈਂਦਾ, ਮਿੰਨਤਾਂ ਕਰਕੇ ਮਜਬੂਰੀ 'ਚ ਵੇਚਣਾ ਪੈਂਦਾ ਕਈ ਵਾਰੀ। ਇਹ ਹੋਣਾ ਨਹੀਂ ਚਾਹੀਦਾ ਮੁਲਕ 'ਚ। ਇਸ ਕਰਕੇ ਜਿਹੜੇ ਸਾਡੇ ਕਿਸਾਨ ਨੇ ਨਾ ਗਗਨ, ਉਹ ਸਰਕਾਰ ਦੀ ਗੱਲ ਮੰਨ ਵੀ ਲੈਂਦੇ, ਪਰ ਉਹ ਭਰੋਸਾ ਕਿੱਥੋਂ ਲੈ ਕੇ ਆਉਣ ਜਿਹੜਾ ਸਰਕਾਰਾਂ ਨੇ ਆਪ ਹੀ ਪੈਦਾ ਨਹੀਂ ਕੀਤਾ ਜੀ। ਮੰਨ ਵੀ ਲਈਏ ਕਿ ਨਰਿੰਦਰ ਮੋਦੀ ਹੁਣੀ ਜੋ ਕਹਿੰਦੇ ਨੇ ਕਰ ਦਿੰਦੇ ਨੇ, ਅਸੀਂ ਮੰਨਦੇ ਹਾਂ ਵੀ ਨਰਿੰਦਰ ਮੋਦੀ ਨੇ ਜੋ ਕਿਹਾ ਉਹ ਕਰਤਾ। ਸਾਰਾ ਤਾਂ ਕਦੀ ਵੀ ਨਹੀਂ ਕੋਈ ਕਰ ਸਕਦਾ, ਸਾਰਾ ਨਰਿੰਦਰ ਮੋਦੀ ਨੇ ਵੀ ਨਹੀਂ ਕੀਤਾ, ਚਲੋ ਫਿਰ ਵੀ ਕਾਫੀ ਕੁਝ ਕਰਤਾ। ਪਰ ਕਿਸਾਨ ਕਿਵੇਂ ਭਰੋਸਾ ਕਰਨ ਕਿ ਅਗਰ ਨਰਿੰਦਰ ਮੋਦੀ ਦੀ ਸਰਕਾਰ ਹੁਣ ਕਹਿ ਰਹੀ ਹੈ ਕਿ ਅਸੀਂ ਸਾਰਾ ਕੁਝ ਸੁਧਾਰ ਦਿਆਂਗੇ, ਬਦਲ ਦਿਆਂਗੇ, MSP ਜਾਰੀ ਰਹੂਗੀ, MSP ਕਦੀ ਬੰਦ ਨਹੀਂ ਹੁੰਦੀ। ਦੇਖੋ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਵੀ ਹਰ ਫਸਲ ਦੀ MSP ਤੇ ਤਾਂ ਖਰੀਦ ਨਹੀਂ ਹੋ ਰਹੀ ਜੀ। ਸੋ ਇਸ ਕਰਕੇ ਕੋਈ ਵੀ ਸਰਕਾਰ ਹੋਵੇ ਉਸ ਪੱਧਰ ਤੱਕ ਕਿਸਾਨਾਂ 'ਚ ਭਰੋਸਾ ਨਹੀਂ ਬਣਾ ਸਕੀ। ਕਿਉਂਕਿ ਕਿਸਾਨਾਂ ਨੂੰ ਡਰ ਹੀ ਇਸੇ ਗੱਲ ਦਾ। ਦੇਖੋ BJP ਨੇ ਕਿਹਾ ਸੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਚੋਣਾਂ ਲੜੀਆਂ 2014 'ਚ ਜੀ। ਅਗਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੁੰਦੀ, ਅੱਜ ਕਿਸਾਨ ਪ੍ਰਸਤਾਵ ਮੰਨ ਲੈਂਦੇ ਜੀ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਹੋ ਸਕੀ। BJP ਇਹ ਕਹਿ ਰਹੀ ਹੈ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਤਰਜ਼ ਤਾਂ ਸਾਡੇ ਪੰਜਾਬ 'ਚ ਬਹੁਤ ਸਾਡੇ ਭਰਾ ਗਾਇਕ ਨੇ, ਰਾਈਟਰ ਨੇ ਜਿਹੜੇ ਹਾਰਮੋਨੀਅਮ ਤੇ ਤਰਜ਼ਾਂ ਬਣਾਈ ਜਾਂਦੇ ਜੀ। ਤਰਜ਼ਾਂ ਤਾਂ ਸਾਡਾ ਬਾਲੀਵੁੱਡ ਵਾਲਾ ਪਾਕਿਸਤਾਨ ਦੇ ਗਾਣਿਆਂ 'ਤੇ ਹੀ ਬਣਾਈ ਜਾਂਦੇ। ਉੱਦਾਂ ਭਾਵੇਂ ਪਾਕਿਸਤਾਨ ਨੂੰ ਜਿੰਨੇ ਮਰਜ਼ੀ ਨਿੰਦੀ ਜਾਣ ਜੀ, ਜਦੋਂ ਧੁਨ ਚੁੱਕਣੀ ਹੁੰਦੀ ਆ, ਮਿਊਜ਼ਿਕ ਡਾਇਰੈਕਟਰਾਂ ਨੇ ਰਾਤੋਂ ਰਾਤ ਆਪਣੇ ਸਟੂਡੀਓ 'ਚ ਬਹਿ ਕੇ ਪਾਕਿਸਤਾਨ ਦੇ ਗਾਣੇ ਦੀ ਧੁਨ ਬਣਾ ਲੈਂਦੇ ਜੀ, ਤੇ ਉਹ ਇੰਡੀਆ 'ਚ ਲਾਂਚ ਕਰ ਦਿੰਦੇ ਨੇ, ਬੱਲੇ ਬੱਲੇ ਖੱਟ ਲੈਂਦੇ ਨੇ। ਉੱਦਾਂ ਨਿੰਦਦੇ ਨੇ ਜਦੋਂ ਫੇਸਬੁੱਕ ਤੇ ਪਾਉਂਦੇ ਨੇ। ਸੋ ਇਹ ਤਰਜ਼ ਕੋਈ, ਜਿਹਨੂੰ ਮੈਂ ਕਹਿੰਦਾ ਵੀ ਤਰਜ਼ ਕੋਈ ਬਹੁਤ ਭਰੋਸੇ ਵਾਲਾ ਸ਼ਬਦ ਨਹੀਂ ਕਿ ਵੀ ਅਸੀਂ ਉਹਦੀ ਤਰਜ਼ ਤੇ ਜੀ, ਵੀ ਅਸੀਂ ਉਹਦੀ ਤਰਜ਼ ਤੇ। ਸੋ ਇਸ ਕਰਕੇ ਕਿਸਾਨਾਂ 'ਚ ਭਰੋਸਾ ਨਹੀਂ, ਕਿਉਂਕਿ ਕਿਸਾਨਾਂ ਨੂੰ ਇਸੇ ਤਰੀਕੇ ਨਾਲ ਸਮਝਾਇਆ ਜਾਂਦਾ। ਹੁਣ BJP ਦੇ ਸਾਡੇ ਬਹੁਤ ਸਾਰੇ ਲੀਡਰ ਕੀ ਕਹਿੰਦੇ ਆ, ਅਸੀਂ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਤਰਜ਼ ਤੇ MSP ਦੇ ਰਹੇ ਹਾਂ। ਆਪਣਾ ਦਿੱਲੀ ਵਾਲਾ ਕੇਜਰੀਵਾਲ ਕਹਿੰਦਾ ਰਿਹਾ ਕਿੰਨੇ ਦਿਨ ਜੀ, ਦਿੱਲੀ 'ਚ ਆਮ ਆਦਮੀ ਪਾਰਟੀ ਵਾਲੇ ਕਿੰਨੇ ਦਿਨ ਕਹਿੰਦੇ ਰਹੇ ਵੀ ਦਿੱਲੀ ਦੇ ਕਿਸਾਨ ਤਾਂ ਖੁਸ਼ ਨੇ ਜੀ, ਅਸੀਂ ਸਵਾਮੀਨਾਥਨ ਕਮਿਸ਼ਨ ਦੀ ਤਰਜ਼ ਤੇ ਉਹਨਾਂ ਨੂੰ ਫਸਲਾਂ ਦੇ ਮੁੱਲ ਦੇ ਰਹੇ ਹਾਂ ਜੀ। ਨਾ ਕੇਜਰੀਵਾਲ ਨੇ ਸਦਾ ਰਹਿਣਾ, ਨਾ ਅਸੀਂ। ਸੋ ਕਾਨੂੰਨ ਹੈ ਜਿਹੜਾ ਉਹ ਹਮੇਸ਼ਾ ਰਹਿੰਦਾ, ਔਰ ਜੇ ਕਾਨੂੰਨ ਬਦਲਣਾ ਵੀ ਹੋਵੇ ਐਡੀ ਛੇਤੀ ਨਹੀਂ ਬਦਲਿਆ ਜਾਂਦਾ। ਦੇਖ ਲਓ ਆ ਰੱਦ ਨਹੀਂ ਹੋ ਰਹੇ ਨਾ, ਇਹ ਪਾਰਲੀਮੈਂਟ ਦਾ ਸੈਸ਼ਨ ਸੱਦਣਾ ਪੈਣਾ ਹੈ, ਇਹ ਤਾਂ ਪੰਗਾ ਨਿਬੜਨਾ ਜੀ। ਸੋ ਇਸ ਕਰਕੇ ਕਿਸਾਨਾਂ ਨੂੰ ਭਰੋਸਾ ਨਹੀਂ ਹੈ ਪਿਛਲੀਆਂ ਸਰਕਾਰਾਂ ਦੇ ਤਜਰਬੇ ਤੋਂ, ਉਹਨਾਂ ਦੇ ਲਾਰਿਆਂ ਤੋਂ, ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਤੋਂ। ਭਾਵੇਂ ਨਰਿੰਦਰ ਮੋਦੀ ਉਹਨਾਂ ਦਾ ਮਨਸ਼ਾ ਇਹ ਹੋਣਾ ਕਿ ਮੈਂ ਸਭ ਕੁਝ ਕਰਕੇ ਦਿਖਾਵਾਂ ਜੀ, ਪਰ ਪੁਰਾਣੇ ਤਜਰਬੇ ਨੇ ਜਿਹੜੇ ਹੈ ਜੀ, ਸਮਾਂ ਲੱਗਦਾ ਨਾ ਜੀ, ਸਮਾਂ ਲੱਗਦਾ ਨਾ ਸੋਚ ਬਦਲਣ ਨੂੰ। ਸੋ ਇਸ ਕਰਕੇ ਹੁਣ ਇਸ ਵਕਤ ਸਰਕਾਰ ਕੋਲੇ ਰਾਹ ਕੀ ਹੈ? ਸਰਕਾਰ ਕਵੇ ਚਲੋ ਠੀਕ ਹੈ, ਤੁਸੀਂ ਪੁਰਾਣੀਆਂ ਸਰਕਾਰਾਂ ਦੇ ਤਜਰਬੇ ਕਰਕੇ ਸਾਡੇ ਤੇ ਭਰੋਸਾ ਨਹੀਂ ਨਾ ਕਰਦੇ, ਅਸੀਂ ਕਾਨੂੰਨ ਰੱਦ ਕਰਦੇ ਤੇ ਨਵੇਂ ਸਿਰੇ ਤੋਂ ਬਣਾ ਲੈਂਦੇ ਆ। ਫਿਰ ਭਾਵੇਂ 6 ਮਹੀਨਿਆਂ 'ਚ ਬਣਾ ਲਓ ਜੀ, ਹੈ ਜੀ, ਭਾਵੇਂ 6 ਮਹੀਨਿਆਂ 'ਚ ਬਣਾ। ਇਹ ਕਿਹੜਾ ਗਰੀਬ ਦਾ ਮਕਾਨ ਹੈ ਵੀ ਜੇ ਇੱਕ ਵਾਰ ਢਹਿ ਗਿਆ ਮੁੜ ਕੇ ਪਤਾ ਨਹੀਂ ਕਦੋਂ ਬਣੂ ਵੀ ਜਾਂ ਨਹੀਂ ਬਣੂ ਇਸ ਜ਼ਿੰਦਗੀ 'ਚ ਜੀ। ਸੋ ਇਸ ਕਰਕੇ ਇਹ 6 ਮਹੀਨਿਆਂ 'ਚ ਕਾਨੂੰਨ ਦੁਬਾਰਾ ਬਣ ਸਕਦਾ। ਸਰਕਾਰ ਨੂੰ ਹੁਣ ਅੱਜ ਵੱਡਾ ਦਿਲ ਦਿਖਾਉਣਾ ਚਾਹੀਦਾ ਔਰ ਇਹ ਮਸਲਾ ਨਿਬੜ ਜੂਗਾ। ਹੁਣ ਸਥਿਤੀਆਂ ਨੇੜੇ ਨੇ, ਹੁਣ ਮਿਠਾਸ ਘੁਲੀ ਆ 2 ਦਿਨਾਂ ਦੀ, ਹੁਣ ਸਥਿਤੀਆਂ ਨੇੜੇ ਨੇ। ਹੁਣ ਸਰਕਾਰ ਨੂੰ ਹੋਰ ਵੱਡਾ ਦਿਲ ਦਿਖਾ ਦੇਣਾ ਚਾਹੀਦਾ ਵੀ ਚਲੋ ਕਿਸਾਨਾਂ ਨੂੰ ਜੱਫੀ ਪਾਓ ਤੇ ਕਹਿ ਦਿਓ ਵੀ ਕੋਈ ਨਹੀਂ, ਆਪਾਂ ਨਵੇਂ ਸਿਰਿਓਂ ਬਣਾਉਂਦੇ ਆ। ਇਹਦੇ ਨਾਲੋਂ ਵਧੀਆ ਹੱਲ ਫਿਰ ਕੋਈ ਨਹੀਂ ਹੋਣਾ, ਔਰ ਕਿਸਾਨਾਂ ਨੂੰ ਫਿਰ ਭਰੋਸਾ ਵੀ ਪੈਦਾ ਹੋਊਗਾ ਸਰਕਾਰਾਂ 'ਚ ਜੀ। ਤੇ ਡੱਲਾ ਜੀ, ਜੋ ਅੱਜ ਦੀ ਬੈਠਕ ਹੋਣ ਵਾਲੀ ਹੈ, ਜੋ ਫੈਸਲਾ ਰਾਤ ਕਿਸਾਨਾਂ ਨੇ ਲਿਆ ਹੈ,
ਉਸ ਦਾ ਅਸਰ ਅੱਜ ਦੀ ਮੀਟਿੰਗ ਦੇ ਉੱਤੇ ਕਿੰਨਾ ਕੁ ਵੇਖਦੇ ਹੋ, ਕਿਉਂਕਿ 12 ਵਜੇ ਦੇ ਕਰੀਬ ਮੀਟਿੰਗ ਸ਼ੁਰੂ ਹੋ ਜਾਣੀ ਹੈ ਤੇ ਕਿਸਾਨਾਂ ਦਾ ਕਹਿਣਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਡੀ ਪਹਿਲ ਹੋਏਗੀ ਉਹ ਐਮਐਸਪੀ ਦੇ ਕਾਨੂੰਨ ਦੀ ਹੋਏਗੀ ਕਿ ਐਮਐਸਪੀ ਦੇ ਉੱਤੇ ਲਿਖਤੀ ਭਰੋਸਾ ਦਿਓ ਤੇ ਸਰਕਾਰੀ ਖਰੀਦ ਨੂੰ ਲੈ ਕੇ ਲਿਖਤੀ ਭਰੋਸਾ ਦਿਓ। ਕਾਨੂੰਨਾਂ ਦੇ ਬਾਰੇ ਗੱਲ ਅਸੀਂ ਨਾਲ ਕਰਦੇ ਰਵਾਂਗੇ। ਇਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਦੇਖੋ ਕਿਸਾਨ ਏਜੰਡਾ ਲੈ ਕੇ ਗਏ ਨੇ ਨਾ। ਪਿਛਲੀ ਵਾਰੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਐਮਐਸਪੀ ਤੇ ਲਿਖਤੀ ਭਰੋਸਾ ਦੇਣ ਨੂੰ ਤਿਆਰ ਹਾਂ। ਇਹ ਗੱਲਾਂ ਆਈਆਂ ਸੀ। ਹੁਣ ਮੈਨੂੰ ਪਤਾ ਨਹੀਂ ਸਰਕਾਰ ਨੇ ਸਹੀ ਸ਼ਬਦਾਂ 'ਚ ਕੀ ਕਿਹਾ ਜੀ। ਗੱਲਾਂ ਆਈਆਂ ਆਗੂਆਂ ਦੇ ਜ਼ਰੀਏ ਕਿ ਸਰਕਾਰ ਲਿਖਤੀ ਭਰੋਸਾ ਦੇਣ ਨੂੰ ਤਿਆਰ ਹੈ। ਫਿਰ ਸਰਕਾਰ ਕਾਨੂੰਨ ਹੀ ਬਣਾ ਦੇ। ਸਰਕਾਰ ਘੱਟੋ ਘੱਟ ਐਮਐਸਪੀ ਦੇ ਕਾਨੂੰਨ ਦੀ ਵੀ ਗੱਲ ਅਗਰ ਪਰਸੋਂ ਕਰ ਦਿੰਦੀ, ਇੱਕ ਪ੍ਰਸਤਾਵ ਹੋਰ ਮੰਨਿਆ ਜਾਣਾ ਸੀ ਜੀ। ਫਿਰ ਇਕੱਲੇ ਖੇਤੀ ਕਾਨੂੰਨਾਂ ਦੀ ਗੱਲ ਰਹਿ ਜਾਣੀ ਸੀ। ਸੋ ਅੱਜ ਦੀ ਮੀਟਿੰਗ ਤੇ ਦੇਖੋ ਅਸਰ ਤਾਂ ਪਊਗਾ, ਕਿਉਂਕਿ ਸਰਕਾਰ ਨੂੰ ਇਹ ਆਸ ਸੀ ਵੀ ਕਿਸਾਨ ਮੰਨ ਜਾਣਗੇ ਜੀ। ਪਰ ਸਾਡੇ ਕਿਸਾਨ ਨੇ ਜਿਹੜੇ ਉਹ ਹੱਕ ਤੇ ਸੱਚ ਲਈ ਖੜੇ ਨੇ। ਉਹ ਵੀ ਜੇ ਸਰਕਾਰ ਆਪਣੀ ਥਾਂ ਸੱਚੀ ਹੈ, ਕਿਸਾਨ ਵੀ ਆਪਣੀ ਥਾਂ ਸੱਚੇ ਨੇ ਗਗਨ ਜੀ। ਸੋ ਇਸ ਕਰਕੇ ਉੱਤੋਂ ਦੇਖੋ ਇਹ ਮੀਟਿੰਗ ਕਿਸਾਨਾਂ ਦੀ ਚੱਲ ਰਹੀ ਸੀ, ਉਹ ਤੋਂ ਪਹਿਲਾਂ ਹੀ ਫੈਸਲਾ ਆ ਗਿਆ। ਦਿੱਲੀ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ ਪਰੇਡ ਦੀ, ਗਣਤੰਤਰ ਦਿਵਸ ਪਰੇਡ ਦੀ ਜੀ। ਅਗਰ ਮਨਜ਼ੂਰੀ ਦੇ ਦਿੰਦੇ ਤੇ ਕਿਸਾਨਾਂ ਨੇ ਹੋਰ ਖੁਸ਼ ਹੋ ਜਾਣਾ ਸੀ ਵੀ ਚਲੋ ਜੀ ਸਰਕਾਰ ਹਾਂ ਪੱਖੀ ਦਿਸ਼ਾ 'ਚ ਸਾਡੇ ਨਾਲ ਕੰਮ ਕਰ ਰਹੀ ਹੈ। ਸੋ ਇੱਕ ਫੈਸਲੇ ਦਾ ਹਰ ਅਗਲੀ ਮੀਟਿੰਗ 'ਤੇ ਅਸਰ ਪੈਂਦਾ ਹੈ। ਹੁਣ ਜਿਹੜਾ ਕਿਸਾਨਾਂ ਦਾ ਫੈਸਲਾ ਹੈ ਉਹਦਾ ਅੱਜ 12 ਵਜੇ ਵਾਲੀ ਮੀਟਿੰਗ 'ਤੇ ਅਸਰ ਪਊਗਾ, ਜਿਹੜਾ ਕੱਲ ਰਾਤੀ ਫੈਸਲਾ ਹੋਇਆ ਜੀ। ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਮੈਨੂੰ ਇਹ ਲੱਗਦਾ ਕਿ ਅਮਿਤ ਸ਼ਾਹ, ਰਾਜਨਾਥ ਸਿੰਘ, ਬਾਕੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਸਾਰੀ ਗੱਲ ਦੱਸਤੀ ਹੋਣੀ, ਆਪਸ 'ਚ ਵੀ ਸਲਾਹ ਮਸ਼ਵਰਾ ਕਰ ਲਿਆ ਹੋਣਾ ਵੀ ਅੱਜ ਕੀ ਕਰਨਾ ਹੈ। ਔਰ ਅੱਜ ਦੀ ਮੀਟਿੰਗ ਤੋਂ ਪਹਿਲਾਂ ਅਮਿਤ ਸ਼ਾਹ ਉਹਨਾਂ ਨੂੰ ਮੈਨੂੰ ਲੱਗਦਾ ਖੇਤੀਬਾੜੀ ਮੰਤਰੀ ਮਿਲਣ ਵੀ ਜਾ ਸਕਦੇ ਨੇ। ਇਹ ਵੀ ਹੋ ਸਕਦਾ ਅੱਜ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਆ ਜਾਣ ਮੀਟਿੰਗ 'ਚ ਜੀ। ਅਸੀਂ ਇੰਨੇ ਦਿਨਾਂ ਦੇ ਕਹਿ ਰਹੇ ਹਾਂ, ਹੋ ਸਕਦਾ ਉਹ ਨਾ ਵੀ ਆਉਣ। ਨਰਿੰਦਰ ਤੋਮਰ ਔਰ ਇਹਨਾਂ ਦੇ ਜ਼ਰੀਏ ਇਹ ਵੱਡਾ ਐਲਾਨ ਕਰਾ ਸਕਦੇ ਨੇ। ਅੱਜ ਸਰਕਾਰ ਇਹ ਕਹਿ ਸਕਦੀ ਹੈ, ਮੈਨੂੰ ਜੋ ਲੱਗਦਾ ਕਿ ਚਲੋ ਜਿੰਨਾ ਸਾਡਾ ਕਾਰਜਕਾਲ ਰਹਿ ਗਿਆ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਦੇ, ਪਰ ਆਪਾਂ ਨਵੇਂ ਕਾਨੂੰਨ ਜਦੋਂ ਬਣ ਗਏ ਉਦੋਂ ਲਾਗੂ ਕਰ ਲਾਂਗੇ, ਜਦੋਂ ਸਾਡੀ ਆਮ ਸਹਿਮਤੀ ਬਣ ਗਈ। ਸਰਕਾਰ ਇਹ ਵੀ ਕਹਿ ਦੂਗੀ। ਪਰ ਮੈਂ ਇਹ ਚਾਹੁੰਦਾ ਕਿ ਸਰਕਾਰ ਬਹੁਤ ਵੱਡਾ ਦਿਲ ਦਿਖਾਵੇ ਤੇ ਕਾਨੂੰਨ ਰੱਦ ਕਰੇ, ਕਿਉਂਕਿ ਅੱਜ ਦੀ ਮੀਟਿੰਗ ਹਾਂ ਪੱਖੀ ਹੋਣੀ ਚਾਹੀਦੀ ਹੈ, ਕਿਉਂਕਿ ਬੜਾ ਜ਼ਰੂਰੀ ਹੈ। ਦੇਖੋ 26 ਜਨਵਰੀ ਦਾ ਤਿਉਹਾਰ ਆਉਣ ਵਾਲਾ, ਸਾਡਾ ਗਣਤੰਤਰ ਦਿਵਸ ਜੀ। ਸੋ ਅਗਰ ਅੱਜ ਦੀ ਮੀਟਿੰਗ ਹਾਂ ਪੱਖੀ ਹੋ ਗਈ ਤੇ ਫਿਰ ਇਹਦੇ 'ਚ ਸਰਕਾਰ ਦੀ ਵੀ ਜਿੱਤ ਹੈ ਤੇ ਕਿਸਾਨਾਂ ਦੀ ਵੀ ਜਿੱਤ ਹੈ। ਕਿਸੇ ਇੱਕ ਧਿਰ ਦੀ ਜਿੱਤ ਨਹੀਂ, ਇਹ ਡੈਮੋਕ੍ਰੇਸੀ ਦੀ ਵੀ ਜਿੱਤ ਹੈ। ਫਿਰ ਕਿ ਲੋਕ ਰਾਜ ਦੇ ਵਿੱਚ ਲੋਕਾਂ ਦੀ ਗੱਲ ਸੁਣਦੀ ਹੈ ਭਾਰਤ ਦੀ ਡੈਮੋਕ੍ਰੇਸੀ ਜੀ। ਤੇ ਡੱਲਾ ਜੀ ਇਸ ਦੇ ਨਾਲ ਹੀ ਜੋ ਕੁਝ ਕੱਲ ਕਿਸਾਨਾਂ ਨੇ ਕੀਤਾ ਉਹ 'ਚ ਬੜੀ ਅਹਿਮ ਗੱਲ ਕਰ ਰਹੀ ਕਿ ਉੱਥੇ ਚਰਚਾ ਹੋਈ ਕਿ ਕਿਸਾਨਾਂ ਨੇ ਇੱਕ ਸਰਵੇ ਕਰਾਇਆ, ਟਰਾਲੀਆਂ 'ਚ ਬੈਠੇ ਕਿਸਾਨਾਂ ਤੋਂ ਸਰਵੇ ਕਰਾਇਆ। ਇੰਨੀ ਵੱਡੀ ਸਿਸਟਮ ਦੇ ਨਾਲ ਕਿਸਾਨ ਕੰਮ ਕਰ ਰਹੇ ਨੇ ਕਿ ਹਰ ਇੱਕ ਪਹਿਲੂ ਨੂੰ ਦੇਖ ਕੇ, ਜਿੱਦਾਂ ਇੱਕ ਪੋਲੀਟੀਕਲ ਪਾਰਟੀਆਂ ਮੈਂ ਕਹਿੰਦਾ ਸਰਵੇ ਚੋਣਾਂ ਤੋਂ ਪਹਿਲਾਂ ਕਰਵਾਉਂਦੀਆਂ ਨੇ, ਉਹ ਜਿਹਾ ਸਰਵੇ ਕਿਸਾਨਾਂ ਨੇ ਫੈਸਲਾ ਲੈਣ ਤੋਂ ਪਹਿਲਾਂ ਕਰਾਇਆ। ਇਸ ਸਰਵੇ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਜੋ ਕਿਸਾਨੀ ਸਰਵੇ ਹੋਇਆ? ਦੇਖੋ ਜਿਹੜੀ ਆਮ ਆਦਮੀ ਪਾਰਟੀ ਦਾ ਅੰਦੋਲਨ ਸੀ ਨਾ ਰਾਮਲੀਲਾ ਮੈਦਾਨ 'ਚ ਜੀ, ਉਹਦੇ 'ਚ ਕੁਝ ਕੁ ਚਿਹਰੇ ਸੀ। ਦੇਖੋ ਉਹਦੇ 'ਚ ਬੀਬੀ ਕਿਰਨ ਬੇਦੀ ਸੀ, ਬਾਅਦ 'ਚੋਂ ਬੀਜੇਪੀ 'ਚ ਚਲੇ ਗਏ, ਹੁਣ ਲੈਫਟੀਨੈਂਟ ਗਵਰਨਰ ਬਣ ਗਏ ਜੀ। ਉਹਦੇ 'ਚ ਅੰਨਾ ਹਜ਼ਾਰੇ ਸੀ, ਬਜ਼ੁਰਗ ਸਾਡੇ ਬੜੇ ਸਤਿਕਾਰਯੋਗ ਨੇ। ਮਹਾਤਮਾ ਗਾਂਧੀ ਦੀ ਤਰ੍ਹਾਂ ਉਹਨਾਂ ਨੇ ਅੰਦੋਲਨ ਕੀਤਾ ਹੈ, ਉਹ ਬੜੇ ਸਤਿਕਾਰਯੋਗ ਨੇ। ਉਹ ਵੀ 30 ਜਨਵਰੀ ਤੋਂ ਫਿਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬਹਿ ਰਹੇ ਨੇ। ਮਰਨ ਵਰਤ ਕਹਿੰਦੇ ਆ ਜਿਹਨੂੰ, ਹੰਗਰ ਸਟ੍ਰਾਈਕ ਜੀ। ਫਿਰ ਉਹਨਾਂ ਨਾਲ ਸੀਗੇ ਵੀਕੇ ਸਿੰਘ, ਸਾਡੇ ਇੱਕ ਬੜੇ ਵੱਡੇ ਫੌਜੀ ਅਫਸਰ ਸੀ, ਉਹ ਵੀ ਬਾਅਦ 'ਚ ਭਾਜਪਾ 'ਚ ਚਲੇ ਗਏ ਸੀ। ਕੇਜਰੀਵਾਲ ਸਾਹਿਬ ਨੇ ਆਪਣੀ ਪਾਰਟੀ ਬਣਾ ਲਈ। ਜੋਗਿੰਦਰ ਯਾਦਵ ਵੀ ਆਮ ਆਦਮੀ ਪਾਰਟੀ ਚਲੇ ਗਏ ਸੀ, ਚਲੋ ਬਣੀ ਨਹੀਂ, ਕੇਜਰੀਵਾਲ ਨਾਲ ਵੱਖਰੇ ਹੋ ਗਏ ਜੀ। ਜਿਵੇਂ ਅਕਾਲੀ ਦਲ ਤੇ ਬੀਜੇਪੀ ਦਾ 9 ਮਾਸ ਦਾ ਰਿਸ਼ਤਾ ਟੁੱਟਿਆ, ਐਵੇਂ ਉਹਨਾਂ ਦਾ ਟੁੱਟ ਗਿਆ। ਜਿਹੜਾ ਹੁਣ ਵਾਲਾ ਅੰਦੋਲਨ ਹੈ ਨਾ ਜੀ, ਇਹਦੇ 'ਚ ਨਾ ਤਾਂ ਕੋਈ ਕੇਜਰੀਵਾਲ ਹੈ, ਨਾ ਬੀਬੀ ਕਿਰਨ ਹੈ ਕੋਈ ਇਹਦੇ 'ਚ, ਨਾ ਇਹਦੇ 'ਚ ਕੋਈ ਵੀਕੇ ਸਿੰਘ ਨੇ, ਹੈ ਜੀ। ਇਹ ਅੰਦੋਲਨ ਹੈ ਜਿਹੜਾ, ਇਹ ਅਸਲ 'ਚ ਪੰਜਾਬੀਅਤ ਦਾ ਅੰਦੋਲਨ ਹੈ। ਜਿਵੇਂ ਭਗਤ ਸਿੰਘ ਵਰਗੇ ਸੀ, ਕਿੱਡੇ ਸਾਡੇ ਜਜ਼ਬਾਤੀ ਸ਼ਹੀਦ ਸੀ। ਜਿਵੇਂ ਮਹਾਤਮਾ ਗਾਂਧੀ ਸੀ, ਅਸਹਿਯੋਗ ਅੰਦੋਲਨ ਚਲਾਇਆ ਸੀ, ਦੇਖੋ ਕਿੱਡੀ ਵੱਡੀ ਜਿੱਤ ਹਾਸਲ ਕੀਤੀ ਜੀ। ਹੋਰ ਬੜੇ ਸਾਡੇ ਮੁਲਕ ਦੇ ਵਿੱਚ ਵੱਡੇ ਸਾਡੇ ਫਰੀडम ਫਾਈਟਰ, ਸੁਤੰਤਰਤਾ ਸੈਨਾਨੀ, ਗਦਰੀ ਬਾਬੇ ਸਾਡੇ, ਜਿਨ੍ਹਾਂ ਨੂੰ ਆਪਾਂ ਪੁਰਾਣੇ ਗਦਰੀ ਬਾਬੇ ਕਹਿੰਦੇ ਸੀ ਨਾ ਜੀ, ਉਹਨਾਂ ਬਾਬਿਆਂ ਦੇ ਬੱਚੇ ਇਸ ਅੰਦੋਲਨ 'ਚ ਬੈਠੇ ਨੇ। ਬਿਲਕੁਲ ਉਦੋਂ ਕਿਉਂਕਿ ਦੂਸਰੇ ਮੁਲਕ ਨਾਲ ਸਾਡਾ ਸੰਘਰਸ਼ ਸੀ, ਹੁਣ ਤਾਂ ਸਾਡਾ ਆਪਣੇ ਪਰਿਵਾਰ ਨਾਲ ਹੀ ਸਾਡੀਆਂ ਮੰਗਾਂ ਨੇ। ਡੈਮੋਕ੍ਰੇਸੀ 'ਚ ਸਾਡੇ ਸਿਸਟਮ ਦੇ ਨਾਲ ਹੀ ਸਾਡੀ ਜਿਹੜੀ ਮੰਗ ਹੈ ਆਪਣੀ ਸਿਸਟਮ ਨਾਲ ਹੈ। ਇਸ ਕਰਕੇ ਸ਼ਾਂਤੀਪੂਰਵਕ ਹੈ ਸਾਰਾ ਕੁਝ। ਦੇਖੋ ਕਿਹੜੀ ਮੁਹੱਬਤ ਨਾਲ ਸਾਰੇ ਬੈਠੇ, ਪਾਠ ਹੁੰਦੇ ਨੇ, ਗੁਰਬਾਣੀ ਦਾ ਉੱਥੇ ਸਰਵਣ ਹੁੰਦਾ ਹੈ ਜੀ, ਧਾਰਮਿਕ ਸਮਾਗਮ ਚੱਲਦੇ ਨੇ, ਨਿਤਨੇਮ ਨਾਲ ਲੋਕ ਆਪਣੀ ਜ਼ਿੰਦਗੀ ਜੀ ਰਹੇ ਨੇ। ਠੰਡ 'ਚ ਇੱਕ ਦੂਜੇ ਦੀ ਮਦਦ ਹੋ ਰਹੀ ਹੈ, ਲੰਗਰ ਲੱਗ ਰਹੇ ਨੇ, ਵਿੱਤੀ ਮਦਦ ਹੋ ਰਹੀ ਹੈ।
ਕਿਉਂਕਿ ਆਪਾਂ ਆਪਣੇ ਮੁਲਕ 'ਚ ਆਪਣੀ ਸਰਕਾਰ ਆਪਣੇ ਸਿਸਟਮ ਤੋਂ ਮੰਗ ਕਰ ਰਹੇ ਹਾਂ, ਡੈਮੋਕ੍ਰੇਸੀ 'ਚ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜੀ। ਇਸ ਕਰਕੇ ਇਸ ਅੰਦੋਲਨ 'ਚ ਨਾ ਕੋਈ ਅਰਵਿੰਦ ਕੇਜਰੀਵਾਲ ਹੈ ਜਿਹਦੇ ਦਿਮਾਗ 'ਚ ਇਹ ਸੋਚ ਹੋਵੇ ਵੀ ਕੱਲ ਨੂੰ ਮੈਂ ਪਾਰਟੀ ਬਣਾਉਣੀ, ਨਾ ਕੋਈ ਹੋਰ ਹੈ ਜਿਹਦੀ ਸੋਚ ਹੋਵੇ ਵੀ ਕੱਲ ਨੂੰ ਮੈਂ ਬੀਜੇਪੀ ਜੁਆਇਨ ਕਰ ਜਾਣੀ, ਮੈਂ ਕਾਂਗਰਸ ਚਲੇ ਜਾਣਾ, ਮੈਂ ਰਾਜ ਸਭਾ ਚਲੇ ਜਾਣਾ, ਮੈਂ ਗਵਰਨਰ ਬਣ ਜਾਣਾ। ਇੱਥੇ ਸਾਰੇ ਲੋਕ ਕਿਸਾਨ ਲੀਡਰ ਨੇ ਨਾ ਜਿਹੜੇ ਗਗਨ ਜੀ, ਮੈਂ ਕਹਿੰਦਾ ਉਹ ਆਮ ਲੋਕਾਂ ਤੋਂ, ਕਿਸਾਨਾਂ ਤੋਂ, ਨੌਜਵਾਨਾਂ ਤੋਂ, ਦੇਖੋ ਸਾਡੇ ਨੌਜਵਾਨਾਂ ਦੀ ਸ਼ਮੂਲੀਅਤ ਬੜੀ ਹੈ ਇਸ ਅੰਦੋਲਨ 'ਚ, ਬਿਲਕੁਲ ਉਹਨਾਂ ਤੋਂ ਪੁੱਛੇ ਬਿਨਾ ਪੱਤਾ ਨਹੀਂ ਤੋੜ ਸਕਦੇ ਜੀ। ਉਹਨਾਂ ਤੇ ਦਬਾਅ ਹੈ ਆਮ ਲੋਕਾਂ ਦਾ, ਕਿਉਂਕਿ ਸਾਰੇ ਜਿਹੜੇ ਆਮ ਲੋਕ ਨੇ, ਅੰਦੋਲਨਕਾਰੀ ਨੇ, ਉਹ ਜਿਹੜੀ ਭਾਵਨਾ ਨਾਲ ਬੈਠੇ ਆ, ਹੱਕ ਸੱਚ ਦੇ, ਇਨਸਾਫ ਦੇ ਲਈ ਬੈਠੇ ਆ। ਸੋ ਇਸੇ ਕਰਕੇ ਸਰਵੇਖਣ ਕਰਾਇਆ ਗਿਆ। ਇਹ ਗਲਤੀ ਕਿਤੇ ਨਾ ਕਿਤੇ ਸਰਕਾਰ ਤੋਂ ਹੋ ਗਈ। ਪਹਿਲਾਂ ਜਦੋਂ ਆਰਡੀਨੈਂਸ ਲਿਆਂਦੇ ਗਏ ਉਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਹੁੰਦੀ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੁੰਦੀ, ਓਪੀਨੀਅਨ ਲੈ ਲੈਂਦੇ ਮੋਦੀ ਸਾਹਿਬ ਦੀ ਸਰਕਾਰ, ਤਾਂ ਫਿਰ ਬੜੀ ਖੁਸ਼ੀ ਵਾਲੀ ਗੱਲ ਹੋਣੀ ਸੀ। ਕੋਈ ਦੂਰ ਕਰਨ ਵਾਲੀਆਂ ਚੀਜ਼ਾਂ ਹੋਣੀਆਂ ਸੀ, ਪਹਿਲਾਂ ਹੀ ਹੋ ਜਾਣੀਆਂ ਸੀ ਜੀ। ਹੁਣ ਕਿਸਾਨਾਂ ਨੇ ਕਹਿੰਦੇ ਸਰਵੇਖਣ ਕਰਾਇਆ, ਟਰਾਲੀਆਂ 'ਚ ਭੇਜੇ ਟੀਮ ਦੇ ਆਗੂ ਜੀ। ਔਰ ਉੱਥੇ ਸਾਡੇ ਕਿੰਨੇ ਪੜ੍ਹੇ ਲਿਖੇ ਨੌਜਵਾਨ ਨੇ ਜੀ, ਕਿਸੇ ਨੇ BSc IT ਕੀਤੀ, ਕੋਈ ਕੰਪਿਊਟਰ ਇੰਜੀਨੀਅਰ ਹੈ, ਅਖਬਾਰ ਚੱਲੀ ਜਾ ਰਿਹਾ ਟਰਾਲੀ ਟਾਈਮਸ। ਮੈਨੂੰ ਲੱਗਦਾ ਉਹ ਟਰਾਲੀ ਟਾਈਮਸ ਨੇ ਖਬਰਾਂ ਛਾਪ ਲੋਕਾਂ ਦਾ ਓਪੀਨੀਅਨ ਕਲੈਕਸ਼ਨ ਕਰ ਲਿਆ ਹੋਣਾ ਹੈ ਜੀ। ਉਹ ਮਾਵੀ ਸਾਹਿਬ ਵਾਲਾ ਅਖਬਾਰ ਟਰਾਲੀ ਟਾਈਮਸ, ਉਹ ਨਾਮ ਹੀ ਬੜਾ ਜੱਚਦਾ ਜੀ ਜੀ। ਸੋ ਇਸ ਕਰਕੇ ਸਰਵੇਖਣ ਕਰਾਏ ਗਏ, ਮੰਚਾਂ ਤੋਂ ਬੋਲ ਕੇ ਲੋਕਾਂ ਦੀ ਰਾਏ ਲਈ ਗਈ। ਔਰ ਜਿਵੇਂ ਮੈਂ ਪਹਿਲਾਂ ਕਿਹਾ, ਮੁਲਕ 'ਚ ਜਥੇਬੰਦੀਆਂ ਨਾਲ ਗੱਲ ਕੀਤੀ ਗਈ, ਟੈਲੀਫੋਨ ਤੇ ਓਪੀਨੀਅਨ ਕਲੈਕਟ ਕੀਤਾ ਗਿਆ, ਫਿਰ ਕਿਤੇ ਜਾ ਕੇ 7-8 ਘੰਟੇ ਦੀ ਮੀਟਿੰਗ 'ਚ ਫੈਸਲਾ ਹੋਇਆ ਜੀ। ਸੋ ਇਸ ਕਰਕੇ ਜਿਹੜੇ ਕਿਸਾਨ ਆਗੂ ਨੇ ਨਾ, ਹੁਣ ਕੱਲਾ ਫੈਸਲਾ ਨਹੀਂ ਲੈ ਸਕਦੇ। ਜਿਹੜਾ ਇਹ ਫੈਸਲਾ ਹੈ ਇਹ ਹੁਣ ਪੂਰੇ ਕਿਸਾਨ ਅੰਦੋਲਨ ਦਾ ਫੈਸਲਾ ਹੈ। ਔਰ ਅੰਦੋਲਨ 'ਚ ਇੱਕ ਜਿਹੜਾ ਵਿਅਕਤੀ ਹੈ ਉਹਦੀ ਭਾਵਨਾ ਦੇ ਨਾਲ ਸੋਚਣਾ ਸਮਝਣਾ ਪੈ ਰਿਹਾ ਕਿਸਾਨ ਜਥੇਬੰਦੀਆਂ ਨੂੰ। ਜੀ ਬਿਲਕੁਲ। ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਕਿਸਾਨ ਆਗੂਆਂ ਦੇ ਮੂੰਹ ਤੋਂ ਇਹ ਗੱਲ ਸੁਣ ਰਹੇ ਹਾਂ। ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਸਿਰਫ ਆਗੂ ਹਾਂ, ਫੈਸਲਾ ਸਾਰਾ ਜੋ ਲੋਕ ਧਰਨੇ ਦੇ ਵਿੱਚ ਟਰਾਲੀਆਂ 'ਚ ਬੈਠੇ ਨੇ ਉਹਨਾਂ ਦਾ ਹੀ ਹੁੰਦਾ, ਜੋ ਫੈਸਲਾ ਉਹ ਦਿੰਦੇ ਨੇ, ਅਸੀਂ ਸਿਰਫ ਅੱਗੇ ਆ ਕੇ ਮੀਡੀਆ ਦੇ ਸਾਹਮਣੇ ਉਸ ਨੂੰ ਬਰੀਫ ਕਰ ਦਿੰਦੇ ਹਾਂ। ਸੋ ਡੱਲਾ ਜੀ, ਇਸ ਦੇ ਉੱਤੇ ਸਿਆਸੀ ਪ੍ਰਤੀਕਰਮ ਨੇ, ਇਸ ਦੇ ਉੱਤੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਦਾ ਪ੍ਰਤੀਕਰਮ ਆਉਂਦਾ ਹੈ ਕਿ ਜੇਕਰ ਇਹਨਾਂ ਜੋ ਪ੍ਰਸਤਾਵ ਕੇਂਦਰ ਸਰਕਾਰ ਨੇ ਕਿਸਾਨਾਂ ਅੱਗੇ ਰੱਖਿਆ ਸੀ, ਹਾਲਾਂਕਿ ਰੱਦ ਹੋ ਚੁੱਕਿਆ, ਪਰ ਉਸ ਦੇ ਉੱਤੇ ਉਹਨਾਂ ਕਿਹਾ ਸੀ ਕਿ ਕੇਂਦਰ ਸਰਕਾਰ 3 ਸਾਲ ਦਾ ਪ੍ਰਸਤਾਵ ਲਿਆਉਂਦੀ ਕਿ ਜਦੋਂ ਤੱਕ ਸਾਡੀ ਸਰਕਾਰ ਹੈ ਉਦੋਂ ਤੱਕ ਇਹ ਲਾਗੂ ਨਹੀਂ ਹੋਣਗੇ, ਉਸ ਤੋਂ ਬਾਅਦ ਅਸੀਂ ਵੋਟਾਂ ਦੇ ਸਮੇਂ ਇਹ ਪ੍ਰਸਤਾਵ ਲੈ ਕੇ ਜਾਵਾਂਗੇ ਆਮ ਲੋਕਾਂ ਦੇ ਸਾਹਮਣੇ ਕਿ ਅਸੀਂ ਏਜੰਡਾ ਹੈ ਸਾਡਾ, ਇਸ ਕਰਕੇ ਸਾਨੂੰ ਵੋਟਾਂ ਪਾਓ ਤਾਂ ਜੋ ਅਸੀਂ ਅੱਗੇ ਇਹ ਜਿਹੜੇ ਕਾਨੂੰਨ ਬਣਾ ਸਕੀਏ। ਇਸ ਸਿਆਸੀ ਬਿਆਨਾਂ ਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ? ਦੇਖੋ, ਸੁਨੀਲ ਜਾਖੜ ਦਾ ਤੁਸੀਂ ਬਿਆਨ ਸੁਣਾ ਵੀ ਦਿਓ। ਦੇਖੋ, ਮੈਂ ਤਾਂ ਇਹ ਕਹਿਣਾ ਕਿ ਇਹ ਬੜੀ ਚੰਗੀ ਗੱਲ ਹੋਊਗੀ, ਇਹਦੇ 'ਚ ਮਾੜਾ ਕੀ ਹੈਗਾ ਨਾ। ਮੈਂ ਤਾਂ ਕਹਿੰਦਾ ਸਾਡੀ ਭਾਰਤ ਦੀ ਸਰਕਾਰ ਕਹਿ ਦੇਵੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਫਿਲਹਾਲ ਅਗਲੀਆਂ ਲੋਕ ਸਭਾ ਚੋਣਾਂ ਤੱਕ ਮੁਅੱਤਲ ਕਰਦੇ ਹਾਂ ਜੀ। ਸਰਕਾਰ ਇਹ ਵੀ ਫਾਰਮੂਲਾ ਕੱਢ ਸਕਦੀ ਹੈ ਕਿ ਅਸੀਂ ਅਗਲੀਆਂ ਲੋਕ ਸਭਾ ਚੋਣਾਂ ਤੱਕ ਮੁਅੱਤਲ ਕਰਦੇ ਹਾਂ, ਔਰ ਅਗਲੀਆਂ ਚੋਣਾਂ 'ਚ ਲੋਕਾਂ ਦਾ ਫੈਸਲਾ ਜਿਹੜਾ ਉਹ ਇੱਕ ਤਰੀਕੇ ਦਾ ਰੈਫਰੈਂਡਮ ਹੋਏਗਾ ਇਹਨਾਂ ਖੇਤੀ ਕਾਨੂੰਨਾਂ ਤੇ। ਜੀ। ਜੇ ਸਰਕਾਰ ਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਫਾਇਦੇਮੰਦ ਨੇ ਔਰ ਇਹ ਬਹੁਤ ਸੋਚ ਸਮਝ ਕੇ ਬਣੇ ਨੇ, ਔਰ ਕਿਸਾਨ ਸਮਝ ਨਹੀਂ ਰਹੇ, ਅਗਰ ਸਰਕਾਰ ਨੂੰ ਲੱਗਦਾ, ਹਾਲਾਂਕਿ ਕਿਸਾਨ ਸਭ ਕੁਝ ਸਮਝਦੇ ਨੇ, ਔਰ ਜੇ ਸਰਕਾਰ ਨੂੰ ਲੱਗਦਾ ਅਸੀਂ ਕਿਸੇ ਕੀਮਤ ਤੇ ਰੱਦ ਨਹੀਂ ਕਰਨੇ, ਫਿਰ ਸਰਕਾਰ ਅਗਲੀਆਂ ਵੋਟਾਂ ਤੱਕ ਸਸਪੈਂਡ ਕਰ ਦੇ। ਜੀ। ਸੁਨੀਲ ਜਾਖੜ ਉਹਨਾਂ ਨੂੰ ਇਹ 'ਚ ਸਿਆਸਤ ਦਿਖ ਰਹੀ ਹੈ, ਇਹ 'ਚ ਸਿਆਸਤ ਨਹੀਂ, ਇਹ ਤਾਂ ਹੋਣਾ ਚਾਹੀਦਾ ਸਗੋਂ ਦੀ। ਜੀ। ਤੇ ਬੜੀ ਚੰਗੀ ਗੱਲ ਹੈ, ਅਗਲੀਆਂ ਚੋਣਾਂ ਰੈਫਰੈਂਡਮ ਦੇ ਤੌਰ ਤੇ ਆ ਜਾਣਗੀਆਂ। ਅਗਰ ਬੀਜੇਪੀ ਨੂੰ ਬਹੁਮਤ ਮਿਲਦਾ ਤਾਂ ਜੇ 70% ਮੁਲਕ ਦੇ ਕਿਸਾਨ ਹੀ ਵੋਟ ਪਾ ਜਾਣਗੇ ਬੀਜੇਪੀ ਨੂੰ ਇਹਨਾਂ ਤੇ ਫਿਰ ਸਾਡੇ ਪੰਜਾਬ ਵਾਲਿਆਂ ਨੇ ਵੀ ਕਹਿਣਾ ਚਲੋ ਠੀਕ ਹੈ, ਰੱਬ ਦਾ ਭਾਣਾ ਮੰਨਣ ਵਾਲੇ ਨੇ ਪੰਜਾਬ ਦੇ ਲੋਕ ਜੀ, ਫਿਰ ਰੱਬ ਦਾ ਭਾਣਾ ਮੰਨ ਲੈਣਗੇ। ਪਰ ਅਜਿਹਾ ਹੋਣਾ ਨਹੀਂ। 4-3 ਸਾਲ ਅਗਰ ਸਰਕਾਰ ਪਾਉਂਦੀ ਹੈ ਵੀ ਅਸੀਂ ਅਗਲੀਆਂ ਚੋਣਾਂ ਤੱਕ ਪਾਉਣੇ ਆ, ਤਦ ਤੱਕ ਸਰਕਾਰ ਨਹੀਂ ਸਮਝ ਜਾਣਾ ਵੀ ਇਹ 'ਚ ਕਈ ਖਾਮੀਆਂ ਸੀ, ਉਹ ਦੂਰ ਕਰ ਲੈਣੀ। ਜੀ। ਸੋ ਇੰਨਾ ਲੰਮਾ ਸਮਾਂ ਨਹੀਂ ਹੁੰਦਾ ਜੀ। ਜੀ ਬਿਲਕੁਲ। ਸੋ ਪਹਿਲਾਂ ਸੁਨੀਲ ਜਾਖੜ ਹੋਣਾ ਦੀ ਗੱਲ ਵੀ ਸੁਣਾਵਾਂਗੇ ਤੇ ਉਸ ਤੋਂ ਬਾਅਦ ਅਗਲੇ ਸਵਾਲ ਦੇ ਵੱਲ ਵਧਾਂਗੇ। ਜਦੋਂ ਤਾਈਂ ਨੀਅਤ ਸਾਫ਼ ਨਹੀਂ ਹੁੰਦੀ ਸਾਹਿਬ, ਜਿਹੜੀ ਮੋਦੀ ਸਾਹਿਬ ਦੀ ਸਰਕਾਰ ਸੁਪਰੀਮ कोर्ट 'ਚ ਝੂਠ बोल के आई है 15 दिन पहला, ਜਦੋਂ सुप्रीम कोर्ट ने पूछा सी भी क्या इन कानूनों को लागू होने से रोका जा सकता है, ਉਦੋਂ ਮੋਦੀ ਸਾਹਿਬ ਦੇ ਇਹਨਾਂ ਨੇ ਵਕੀਲ ਨੇ ਕਿਹਾ ਸੀ ਵੀ ਨਹੀਂ ਰੋਕਾ ਜਾ ਸਕਦਾ, ਸਰਕਾਰ ਕਹਿ ਰਹੀ ਹੈ। ਅੱਜ ਸਰਕਾਰ ਕਹਿ ਰਹੀ ਹੈ ਅਸੀਂ ਰੋਕ ਦਿੰਦੇ ਹਾਂ। ਕਿਹੜੀ ਸਰਕਾਰ ਤੇ ਯਕੀਨ ਕਰੀਏ? ਕਹਿੰਦੇ ਨਾ ਜਿਸ ਤਰ੍ਹਾਂ ਦੇਤੇ हैं भगवान को धोखा, इंसान को क्या छोड़ेंगे। ਜਿਹੜੇ ਸੁਪਰੀਮ ਕੋਰਟ ਨੂੰ ਧੋਖਾ ਦੇਈ ਜਾਂਦੇ, ਝੂਠ ਬੋਲੀ ਜਾਂਦੇ, ਕਿਸਾਨਾਂ ਨੂੰ ਤਾਂ ਬੇਵਕੂਫ ਬਣਾਉਣ ਦਾ ਕੁਝ ਪ੍ਰयास ਹੈ।
ਤੇ ਡਲਾ ਜੀ ਇੱਕ ਕਮੇਟੀ ਜੋ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਸੀ, ਕੱਲ ਦਾ ਦਿਨ ਉਸ ਦੇ ਲਈ ਵੀ ਐਮ ਸੀ ਕਿ ਉਸ ਕਮੇਟੀ ਨੇ ਦੂਜੀ ਬੈਠਕ ਕੀਤੀ ਹੈ। ਕੁਝ ਕਿਸਾਨ ਜਥੇਬੰਦੀਆਂ ਉਹਨਾਂ ਦੇ ਸਾਹਮਣੇ ਪੇਸ਼ ਹੋਈਆਂ ਸੀ, ਜਿਨ੍ਹਾਂ ਦੇ ਨਾਲ ਸਵਾਲ ਜਵਾਬ ਹੋਏ ਨੇ। ਹਾਲਾਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਉੱਤੇ ਬੈਠੀਆਂ ਉਹਨਾਂ 'ਚ ਕੋਈ ਨਹੀਂ ਗਿਆ। ਉਸ ਬੈਠਕ ਨੂੰ ਕਿੱਦਾਂ ਵੇਖ ਰਹੇ ਹੋ ਜੋ ਬੈਠਕ ਹੋਈ ਹੈ, ਪਰ ਜਦੋਂ ਤੋਂ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਸੀ ਉਹ ਖਬਰ ਕਿਤੇ ਨਾ ਕਿਤੇ ਥੱਲੇ ਰਹਿ ਗਈ ਤੇ ਇਸ ਕਰਕੇ ਉਹ ਬਹੁਤਾ ਖਬਰ ਨੂੰ ਚਰਚਾ ਦੇ ਵਿੱਚ ਨਹੀਂ ਲਿਆਂਦਾ ਗਿਆ। ਦੇਖੋ, ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ, ਦੇਖੋ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਪਾਰਟੀ ਹੈ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ, ਸਭ ਤੋਂ ਵੱਧ ਵਲੰਟੀਅਰ ਨੇ। ਹੁਣ ਬੀਜੇਪੀ ਨਾਲ ਵੀ ਕਈ ਕਿਸਾਨ ਸੰਗਠਨ ਜੁੜੇ ਹੋਣਗੇ, ਆ ਪੰਜਾਬ 'ਚ ਕਾਂਗਰਸ ਨਾਲ ਕਈ ਕਿਸਾਨ ਸੰਗਠਨ ਜੁੜੇ, ਆਮ ਆਦਮੀ ਪਾਰਟੀ ਨਾਲ ਜੁੜੇ, ਅਕਾਲੀ ਦਲ ਨਾਲ ਜੁੜੇ, ਬੀਜੇਪੀ ਨਾਲ ਵੀ ਪੰਜਾਬ 'ਚ ਜੁੜੇ। ਸੋ ਸਾਰਿਆਂ ਦੇ ਆਪਣੇ ਆਪਣੇ ਕਿਸਾਨ ਵਿੰਗ ਨੇ, ਕਈ ਕਿਸਾਨ ਜਥੇਬੰਦੀਆਂ ਜੁੜੀਆਂ ਰਹਿੰਦੀਆਂ ਨੇ। ਸੋ ਜਿਹੜੀ ਹਮਾਇਤੀ ਨੇ ਉਹਨਾਂ ਨੇ ਅਗਰ ਮੀਟਿੰਗ ਕਰਕੇ ਫੈਸਲਾ ਕਰ ਲਿਆ ਕੋਈ ਗੱਲ ਨਹੀਂ, ਪਰ ਹਮਾਇਤੀਆਂ ਨੂੰ ਵੀ ਚਾਹੀਦਾ ਸੀ ਕੋਈ 50,000 ਲੱਖ ਬੰਦਾ ਇਕੱਠਾ ਤਾਂ ਕਰ ਲਓ ਜੀ, ਹੈ ਜੀ। ਸੋ ਹਮਾਇਤੀਆਂ ਨੂੰ ਵੀ ਚਾਹੀਦਾ ਸੀ, ਇਹ ਕਿਹੜਾ ਵਿਆਹ ਹੈ ਵੀ ਇਹਦੇ ਤੇ ਰੋਕ ਹੈ ਵੀ ਆਪਾਂ 10-12 ਬੰਦੇ ਰੱਖੀਏ ਜਾਂ ਕੋਵਿਡ ਕਰਕੇ ਆਪਾਂ 100-150 ਤੋਂ ਵੱਧ ਨਹੀਂ ਕਰ ਸਕਦੇ ਜੀ। ਅਗਰ ਹਮਾਇਤੀਆਂ ਨੂੰ ਲੱਗਦਾ ਇਹਦਾ ਐਡਾ ਵੱਡਾ ਫਾਇਦਾ ਹੈ, ਉਹ 25,000 ਬੰਦੇ ਕਿਤੇ ਇਕੱਠੇ ਕਰ ਲੈਂਦੇ ਖੁੱਲੇ ਮੈਦਾਨ 'ਚ, ਘੰਟੇ ਕੁ ਲਈ ਕਰ ਲੈਂਦੇ, ਹੈ ਕਦੇ ਜੀ। ਇੰਨੇ ਵੀ ਨਹੀਂ ਜੁੜੇ। ਮੈਂ ਤਾਂ ਕਹਿੰਦਾ 500 ਬੰਦੇ ਵੀ ਇਕੱਠੇ ਹੋਏ ਇੱਕ ਥਾਂ ਤੇ ਸਮਰਥਨ 'ਚ, ਮੈਂ ਫੋਟੋਆਂ 'ਚ ਨਹੀਂ ਦੇਖੇ ਵੀ 500 ਬੰਦਾ ਇਕੱਠਾ ਹੋ ਗਿਆ ਜੀ ਸਮਰਥਨ 'ਚ ਜਥੇਬੰਦੀਆਂ ਦਾ ਜੀ। ਆ ਮੈਂ 20-25 ਦੇਖਦਾ ਮੰਤਰੀਆਂ ਕੋਲ ਜਾ ਕੇ, ਦੇਖੋ ਸਾਡੇ ਪੰਜਾਬ 'ਚ ਵੀ ਬੜੇ ਲੋਕ ਨੇ ਇਹ, ਉਹ ਇਕੱਠੇ ਹੋ ਕੇ ਮੰਤਰੀ ਕੋਲੇ ਜਾ ਕੇ ਗੁਲਦਸਤਾ ਦੇ ਕੇ ਫੋਟੋ ਖਿਚਵਾ ਲੈਂਦੇ ਜੀ। ਉਹਨਾਂ ਦਾ ਕਰਮ ਹੈ, ਮੈਂ ਉਹਨਾਂ ਦੇ ਗੁਲਦਸਤਾ ਦੇਣ ਤੇ ਮੈਨੂੰ ਇਤਰਾਜ਼ ਨਹੀਂ, ਪਰ ਉਹਨਾਂ ਦੀ ਸੰਖਿਆ ਘੱਟ ਹੁੰਦੀ। ਕਦੀ ਦੇਖਿਆ ਵੀ 1000 ਬੰਦਾ ਗੁਲਦਸਤਾ ਦੇਣ ਗਿਆ ਹੋਵੇ? ਪਰ ਭਾਜਪਾ ਵਾਲੇ ਕਹਿੰਦੇ ਕਿ ਅਸੀਂ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਸਾਨ ਇਕੱਠੇ ਨਹੀਂ ਹੋਣ ਦਿੰਦੇ। ਨਹੀਂ, ਐਦਾਂ ਨਹੀਂ ਹੁੰਦਾ। ਦੇਖੋ ਐ ਨਹੀਂ ਹੁੰਦਾ। ਹੁਣ ਮੈਂ ਕਈ ਵਾਰੀ ਉਦਾਹਰਨ ਇਹੋ ਜਿਹੀ ਹੈ ਜਿਹੜੀ ਮੈਨੂੰ ਲੱਗਦਾ ਨਹੀਂ ਦੇਣੀ ਚਾਹੀਦੀ, ਸੋ ਇਸ ਕਰਕੇ ਮੈਂ ਨਹੀਂ ਦਿੰਦਾ। ਮੈਂ ਸੋਚ ਕੇ ਚੀਜ਼ ਨੂੰ ਰੋਕ ਲੈਣਾ ਦਿਮਾਗ 'ਚ ਜੀ, ਹੈ ਜੀ। ਕਈ ਵਾਰੀ ਦੇਖੋ ਜਿਹੜਾ ਮਨੁੱਖ ਹੈ, ਕੋਈ ਵੀ ਮਨੁੱਖ ਹੈ, ਹਰ ਤਰ੍ਹਾਂ ਦੀ ਉਦਾਹਰਨ ਹੁੰਦੀ ਹੈ। ਸੋ ਕਈ ਵਾਰੀ ਇੱਲਤ ਵੀ ਸੁੱਝਦੀ ਹੈ ਜੀ। ਸੋ ਇਸ ਕਰਕੇ ਮੈਂ ਉਸ ਇੱਲਤ ਨੂੰ ਕਦੀ ਵੀ ਸਾਰਵਜਨਿਕ ਨਹੀਂ ਕਰਦਾ। ਇਹੀ ਖੂਬੀ ਸਰਕਾਰ 'ਚ ਹੋਣੀ ਚਾਹੀਦੀ ਜੀ ਕਿ ਜੇ ਸਰਕਾਰ ਨੂੰ ਕਦੀ ਕੋਈ ਚੀਜ਼ ਦੀ ਇੱਲਤ ਸੁੱਝੇ ਤੇ ਉਹਨੂੰ ਲੁਕੋਲੇ ਸਰਕਾਰ ਵੀ ਨਹੀਂ। ਉਸੇ ਟਾਈਮ ਦਿਮਾਗ 'ਚ ਜਿਹੜਾ ਯੁੱਧ ਚੱਲਦਾ ਨਾ ਸਹੀ ਗਲਤ ਦਾ, ਉਹਦੇ 'ਚ ਸਹੀ ਫੈਸਲਾ ਕਰ ਲਓ। ਜਿੰਨੀ ਕੁ ਦੇਰ 'ਚ ਮੈਂ ਉਦਾਹਰਨ ਦਿੱਤੀ ਨਹੀਂ, ਮੈਂ ਸਹੀ ਫੈਸਲਾ ਕਰ ਲਿਆ। ਮੈਂ ਅਕਸਰ ਕਰ ਲੈਣਾ, ਕਈ ਵਾਰੀ ਮੈਂ 5 ਸੈਕਿੰਡ ਲਈ ਚੁੱਪ ਰਹਿ ਜਾਂਦਾ, ਮੈਂ ਗੱਲ ਪੀ ਜਾਂਦਾ ਜੀ, ਕਿਉਂਕਿ ਗੱਲ ਹਮੇਸ਼ਾ ਮਰਿਆਦਾ 'ਚ ਹੀ ਹੋਣੀ ਚਾਹੀਦੀ। ਹਾਲਾਂਕਿ ਮੇਰੇ ਦਿਮਾਗ 'ਚ ਕੋਈ ਗੈਰ ਮਰਿਆਦਾ ਵਾਲਾ ਸੋਚ ਨਹੀਂ ਸੀ ਆਈ ਜੀ। ਸੋ ਇਹੋ ਜਿਹੀ ਕੋਈ ਸੋਚ ਨਹੀਂ ਸੀ ਆਈ। ਸੋ ਬਿਲਕੁਲ ਇਹ ਵੱਡੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਸੀ। ਸੋ ਅੱਜ ਦੀ ਮੀਟਿੰਗ ਤੋਂ ਉਮੀਦ ਕਰਾਂਗੇ ਕਿ ਜਿਸ ਤਰ੍ਹਾਂ ਦਾ ਪ੍ਰਸਤਾਵ ਪਿਛਲੀ ਮੀਟਿੰਗ ਦੇ ਵਿੱਚ ਸਰਕਾਰ ਲੈ ਕੇ ਆਈ, ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਦੇ ਲਈ ਆਮ ਲੋਕਾਂ ਦੇ ਵਿੱਚ ਵੀ ਤੇ ਕਿਸਾਨਾਂ ਦੇ ਵਿੱਚ ਵੀ ਸਕਾਰਾਤਮਕ ਜਿਹੜੀ ਟਿੱਪਣੀਆਂ ਦਾ ਦੌਰ ਸ਼ੁਰੂ ਹੋਇਆ। ਸੋ ਅੱਜ ਦੀ ਮੀਟਿੰਗ ਤੋਂ ਇਹੀ ਅਸਾਰ ਨੇ ਕਿ ਸਰਕਾਰ ਕੋਈ ਹੋਰ ਉਸ ਤੋਂ ਵੱਡਾ, ਉਸ ਤੋਂ ਉੱਤੇ ਉੱਠ ਕੇ ਪ੍ਰਸਤਾਵ ਲਿਆਵੇ ਤੇ ਕਿਸਾਨ ਉਸ ਦੇ ਉੱਤੇ ਫਿਰ ਚਰਚਾ ਕਰਨ। ਹੋ ਸਕਦਾ ਕਿ ਕਿਸਾਨ ਕਿਤੇ ਨਾ ਕਿਤੇ ਸਹਿਮਤੀ ਕਿਸੇ ਪ੍ਰਸਤਾਵ ਦੇ ਉੱਤੇ ਜਤਾ ਦੇਣ, ਪਰ ਕਿਸਾਨ ਹੁਣ ਤੱਕ ਸਾਫ਼ ਕਰ ਚੁੱਕੇ ਨੇ ਕਿ ਸਾਡਾ ਮਕਸਦ ਸਿਰਫ ਤੇ ਸਿਰਫ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ, MSP ਨੂੰ ਕਾਨੂੰਨ ਬਣਾਉਣਾ ਤੇ ਨਾਲ ਹੀ ਸਰਕਾਰੀ ਖਰੀਦ ਨੂੰ ਲੈ ਕੇ ਲਿਖਤੀ ਰੂਪ ਦੇ ਵਿੱਚ ਕੋਈ ਗਰੰਟੀ ਜਿਹੜੀ ਸਰਕਾਰ ਤੋਂ ਲੈਣੀ, ਉਹ ਪਹਿਲਾਂ ਹੀ ਜਿਹੜਾ ਆਪਣਾ ਮਕਸਦ ਸਾਫ਼ ਕਰ ਚੁੱਕੇ ਨੇ। ਸੋ ਵੇਖਦੇ ਹਾਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ। ਉਸ ਤੋਂ ਬਾਅਦ ਅਗਲੀਆਂ ਟਿੱਪਣੀਆਂ ਦੇ ਵੱਲ ਤਾਂ ਹੀ ਵਧਿਆ ਜਾਊਗਾ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਕੋਈ ਨਤੀਜਾ ਨਿਕਲੇ, ਫਿਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਗਲੀਆਂ ਟਿੱਪਣੀਆਂ ਵੀ ਕਰਾਂਗੇ। ਚਲੋ, ਬਹੁਤ ਬਹੁਤ ਧੰਨਵਾਦ।